ਕਿਵੇਂ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਆਪਾਂ ਪੀਐਸ ਟੈਟ ਦੇ ਬਾਰੇ ਗੱਲ ਕਰਾਂਗੇ। ਪੀਐਸ ਟੈਟ 2022 ਕਦੋਂ ਹੋਵੇਗਾ ਔਰ ਇਸ ਤੋਂ ਇਲਾਵਾ ਇਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਵੀ ਕਦੋਂ ਆਊਟ ਹੋਏਗਾ, ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਰਹਿਣ ਵਾਲਾ ਆ, ਇਸ ਤੋਂ ਬਾਅਦ ਕੱਟ ਆਫ ਕੀ ਹੋਏਗੀ, ਐਗਜ਼ਾਮ ਪੈਟਰਨ ਕੀ ਹੋਏਗਾ। ਐਗਜ਼ਾਮ ਪੈਟਰਨ ਨੂੰ ਅਗਰ ਤੁਸੀਂ ਸਮਝ ਲਓਗੇ ਤਾਂ ਐਗਜ਼ਾਮ ਨੂੰ ਕਲੀਅਰ ਕਰਨਾ ਤੁਹਾਡੇ ਲਈ ਕਾफ़ੀ ਈਜ਼ੀ ਹੋ ਜਾਏਗਾ। ਇਸ ਤੋਂ ਇਲਾਵਾ ਆਪਾਂ ਸਿਲੇਬਸ ਦੀ ਵੀ ਗੱਲ ਕਰਾਂਗੇ। ਸਿਲੇਬਸ ਦੇ ਉੱਪਰ ਪੂਰੀ ਚਰਚਾ ਕੀਤੀ ਹੋਈ ਹੈ, ਕਿੰਨੇ ਅਟੈਂਪਟਸ ਤੁਸੀਂ ਕਰ ਸਕਦੇ ਹੋ, ਹਰੇਕ ਜਿਹੜੀ ਹੈਗੀ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਦੇਵਾਂਗੇ। ਸਾਰੇ ਡਾਊਟ ਇਸ ਵੀਡੀਓ ਦੇ ਵਿੱਚ ਤੁਹਾਡੇ ਕਲੀਅਰ ਹੋਣ ਵਾਲੇ ਨੇ। ਠੀਕ ਹੈ, ਹੁਣ 1 ਬਾਏ 1 ਸਟਾਰਟ ਕਰਦੇ ਹਾਂ। ਤੁਹਾਨੂੰ ਦਿਖਾ ਦੇਣੀ ਆ ਸਲਾਈਡ। ਆ ਦੇਖੋ, ਆਪਣੇ ਐਗਜ਼ਾਮ ਪੈਟਰਨ ਦੀ, ਕੱਟ ਆਫ ਦੀ, ਐਗਜ਼ਾਮ ਪੈਟਰਨ ਦੀ ਗੱਲ ਕਰਾਂਗੇ, ਕੁਆਲੀਫਿਕੇਸ਼ਨ ਦੀ ਵੀ ਗੱਲ ਕਰਾਂਗੇ। ਸਾਰੀ ਕੁਆਲੀਫਿਕੇਸ਼ਨਸ ਮੈਂ ਤੁਹਾਨੂੰ ਦੱਸੀਆਂ ਹੋਈਆਂ, ਇਸ ਦੇ ਵਿੱਚ ਦੱਸੂੰਗੀ ਸਾਰੀ। ਠੀਕ ਹੈ, ਔਰ ਅਗਰ ਆਪਾਂ ਨੰਬਰ ਆਫ ਅਟੈਂਪਟਸ ਦੀ ਗੱਲ ਕਰਾਂ ਤਾਂ ਨੰਬਰ ਆਫ ਅਟੈਂਪਟਸ ਤੁਸੀਂ ਜਿੰਨੇ ਮਰਜ਼ੀ ਕਰ ਸਕਦੇ ਹੋ, ਅਨਲਿਮਿਟਿਡ। ਠੀਕ ਹੈ, ਕੋਈ ਇਸ 'ਤੇ ਬੰਦਿਸ਼ ਨਹੀਂ ਹੈਗੀ। ਇੱਕ ਹੋਰ ਚੀਜ਼, ਇਸ ਦੀ ਜਿਹੜੀ ਵੈਲੀਡਿਟੀ ਆ ਉਹ ਪਹਿਲੇ 7 ਈਅਰਸ ਸੀਗੀ, ਹੁਣ ਵੈਲੀਡਿਟੀ ਲਾਈਫ ਟਾਈਮ ਹੋ ਚੁੱਕੀ ਹੈ। ਠੀਕ ਹੈ ਜੀ, ਲਾਈਫ ਟਾਈਮ ਵੈਲੀਡਿਟੀ ਹੋਏਗੀ। ਹੁਣ ਲਾਈਫ ਟਾਈਮ ਦੇ ਲਈ ਜਿਹੜਾ ਪੀਐਸ ਟੈਟ ਆ ਉਹ ਵੈਲਿਡ ਰਹੇਗਾ। ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰ ਲੈਂਦੇ ਹਾਂ, ਇਸ ਦੇ ਵਿੱਚ ਮੇਨਲੀ 2 ਪੇਪਰ ਹੁੰਦੇ ਨੇ। SCERT ਦੇ ਦੁਆਰਾ ਇਹ ਜਿਹੜਾ ਪੇਪਰ ਹੈ ਕੰਡਕਟ ਕਰਵਾਇਆ ਜਾਂਦਾ ਆ ਔਰ ਇਸ ਦੇ ਵਿੱਚ 2 ਪੇਪਰ ਹੁੰਦੇ, ਪੇਪਰ 1 ਐਂਡ ਪੇਪਰ 2। ਪੇਪਰ 1 ਉਹ ਦਿੰਦੇ ਆ ਜਿਹੜੇ ETT ਵਾਲੇ ਹੁੰਦੇ ਆ, ETT ਕਰਦੇ ਆ। ਠੀਕ ਹੈ, ETT ਕਹਿ ਲਓ ਜਾਂ DLED ਕਹਿ ਲਓ, ਬਹੁਤ ਸਾਰੇ ਨਾਮ ਹੈ ਇਸ ਦੇ। ਠੀਕ ਹੈ, ਕਈ ਸਟੇਟ ਦੇ ਵਿੱਚ BSTC JBT ਵੀ ਕਿਹਾ ਜਾਂਦਾ ਹੈ। ਔਰ ਇਸ ਦੇ ਵਿੱਚ ਇਹ ਹੁੰਦਾ ਹੈ ਜੀ, ਪੇਪਰ 1 ਹੁੰਦਾ ਹੈ ਜੀ ਕਲਾਸ 1 ਤੋਂ 5ਵੀਂ ਤੱਕ ਅਗਰ ਟੀਚ ਕਰਨਾ ਉਹਨਾਂ ਦੇ ਲਈ ਹੈ। ਅਗਰ ਮੈਂ ਪੇਪਰ 2 ਦੀ ਗੱਲ ਕਰਾਂ, ਇਹ ਹੁੰਦਾ ਹੈ ਕਲਾਸ 1 ਤੋਂ 8 ਟੀਚਰ ਦੇ ਲਈ। ਠੀਕ ਹੈ, 1 ਤੋਂ 8ਵੀਂ ਕਲਾਸ ਦੇ ਲਈ ਇਹ ਹੁੰਦਾ ਹੈ ਔਰ ਇਹ ਮੋਸਟਲੀ ਦਿੰਦੇ ਹੁੰਦੇ BEd ਵਾਲੇ। ਠੀਕ ਹੈ, ਐਲੀਜੀਬਿਲਿਟੀ ਦੀ ਆਪਾਂ ਗੱਲ ਕਰਾਂਗੇ ਪੂਰੀ ਪ੍ਰੋਪਰ ਵੇ ਦੇ ਨਾਲ। ਠੀਕ ਹੈ, ਫਿਲਹਾਲ ਦੇ ਲਈ ਇੰਨਾ ਹੀ ਦੱਸ ਰਹੀ ਹਾਂ। ਅਗਰ ਮੈਂ ਐਗਜ਼ਾਮ ਪੈਟਰਨ ਦੀ ਗੱਲ ਕਰਾਂ ਤਾਂ ਪੀਐਸ ਟੈਟ ਕੁਐਸਚਨ ਪੇਪਰ ਕੰਪਰਾਈਜ਼ਸ ਮਲਟੀਪਲ ਚੋਇਸ ਕੁਐਸਚਨਸ। ਇਸ ਦੇ ਵਿੱਚ ਕੀ ਹੁੰਦੇ ਨੇ, ਮਲਟੀਪਲ ਚੋਇਸ ਕੁਐਸਚਨਸ ਹੁੰਦੇ ਨੇ। ਕੁਐਸਚਨ ਦਿੱਤਾ ਹੋਏਗਾ ਔਰ 4 ਆਪਸ਼ਨਸ ਹੋਣਗੀਆਂ, ਉਹਨਾਂ ਦੇ ਵਿੱਚ ਇੱਕ ਆਪਸ਼ਨ ਟਿਕ ਕਰਨੀ ਹੋਏਗੀ। ਈਚ ਕੁਐਸਚਨ ਹੈਜ਼ 4 ਅਲਟਰਨੇਟਿਵ ਐਂਡ ਕੈਂਡੀਡੇਟਸ ਨੀਡ ਟੂ ਮਾਰਕ ਦਾ ਕਰੈਕਟ ਆਂਸਰ ਔਨ ਦੀ OMR ਸ਼ੀਟ। OMR ਸ਼ੀਟ ਪ੍ਰੋਵਾਈਡ ਕਰਾਈ ਜਾਂਦੀ ਹੈ, ਉਸ ਦੇ ਵਿੱਚ ਆਂਸਰ ਲਿਖਣੇ ਹੁੰਦੇ ਆ। ਈਚ ਕੁਐਸਚਨ ਕੈਰੀਜ਼ 1 ਮਾਰਕ। ਠੀਕ ਹੈ, ਹਰੇਕ ਕੁਐਸਚਨ 1 ਨੰਬਰ ਦਾ ਹੁੰਦਾ ਹੈ, ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈਗੀ। ਸਭ ਤੋਂ ਪੋਜ਼ੀਟਿਵ ਪੁਆਇੰਟ ਇਹੀ ਹੈ ਟੈਟਸ ਦਾ, ਨੈਗੇਟਿਵ ਮਾਰਕਿੰਗ ਇਹਨਾਂ ਦੇ ਵਿੱਚ ਨਹੀਂ ਹੁੰਦੀ। ਠੀਕ ਹੈ, ਇਸ ਤੋਂ ਇਲਾਵਾ ਇਹ ਜਿਹੜਾ ਪੇਪਰ ਹੈ ਬਾਇਲਿੰਗੁਅਲ ਹੁੰਦਾ ਹੈ, ਪੰਜਾਬੀ ਇੰਗਲਿਸ਼ ਦੋਨਾਂ ਦੇ ਵਿੱਚ। ਠੀਕ ਹੈ, ਪੰਜਾਬੀ ਇੰਗਲਿਸ਼ ਦੋਨਾਂ 'ਚ ਹੁੰਦਾ, ਜਿਸ ਦੇ ਵਿੱਚ ਤੁਸੀਂ ਪ੍ਰੈਫਰ ਕਰਦੇ ਹੋ ਆਪਣਾ ਐਗਜ਼ਾਮ ਆਰਾਮ ਨਾਲ ਕਰ ਸਕਦੇ ਹੋ। ਦ ਡਿਫੀਕਲਟੀ ਲੈਵਲ ਆਫ ਦ ਕੁਐਸਚਨ ਆਸਕਡ in paper 1 and 2 is going to be in secondary and senior secondary level respectively। ਕੁਐਸਚਨ ਦਾ ਡਿਫਿਕਲਟੀ ਲੈਵਲ ਅਪ ਹੁੰਦਾ ਜਾਏਗਾ, ਸੀਨੀਅਰ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਮਤਲਬ ਕਲਾਸਿਸ ਦੇ ਅਕੋਰਡਿੰਗ ਲੈਵਲ ਅਪ ਹੁੰਦਾ ਜਾਏਗਾ ਜਿਹੜੇ ਪੀਐਸ ਟੈਟ ਦੇ ਵਿੱਚ ਕੁਐਸਚਨ ਹੋਣਗੇ। ਅਕੋਰਡਿੰਗ ਟੂ NCTE ਗਾਈਡਲਾਈਨਸ ਕੈਂਡੀਡੇਟ ਨੀਡ ਟੂ ਬੀ ਸਕੋਰ 60% ਮਾਰਕਸ ਟੂ ਕੁਆਲੀਫਾਈ ਦਾ ਐਗਜ਼ਾਮ। ਇਹ ਵੀ ਮੈਂ ਤੁਹਾਨੂੰ ਦੱਸਾਂਗੀ। ਠੀਕ ਹੈ, ਕੱਟ ਆਫ ਕਿੰਨੀ ਹੁੰਦੀ ਹੈ, ਮਤਲਬ ਪਾਸਿੰਗ ਮਾਰਕਸ ਆਪਾਂ ਨੂੰ ਕਿੰਨੇ ਚਾਹੀਦੇ ਹੁੰਦੇ ਆ ਇਸ ਦੇ ਵਿੱਚ। ਅਗਰ ਮੈਂ ਪਾਸਿੰਗ ਮਾਰਕਸ ਦੀ ਗੱਲ ਕਰਾਂ ਜਾਂ ਫਿਰ ਕੁਆਲੀਫਾਈਂਗ ਮਾਰਕਸ ਦੀ ਗੱਲ ਕਰਾਂ, ਇੱਕ ਚੀਜ਼ ਹੋਰ ਦੱਸਦਾ ਹੈ, ਜਿਹੜਾ ਪੇਪਰ ਹੈ, ਪੇਪਰ 1 ਹੋਵੇ ਜਾਂ ਪੇਪਰ 2 ਹੋਵੇ, ਦੋਨੋਂ ਹੀ ਹੁੰਦੇ ਆ 150 ਨੰਬਰ ਦੇ। ਠੀਕ ਹੈ, 150 ਨੰਬਰ ਦੇ ਹੁੰਦੇ ਆ, 150 ਹੀ ਕੁਐਸਚਨ ਹੁੰਦੇ ਨੇ। ਔਰ ਇਸ ਦੇ ਵਿੱਚ ਜਿਹੜੇ ਜਰਨਲ ਵਾਲੇ ਆ, ਠੀਕ ਹੈ, ਉਹਨਾਂ ਨੂੰ 60% ਨੰਬਰ ਲੈਣੇ ਹੁੰਦੇ। ਕਿੰਨੇ ਲੈਣੇ ਹੁੰਦੇ? 60%, ਯਾਨੀ ਕਿ 90 ਆਊਟ ਆਫ 150। 150 ਦੇ ਵਿੱਚੋਂ 90 ਨੰਬਰ ਚਾਹੀਦੇ ਹੁੰਦੇ ਨੇ। ਅਦਰ ਕੈਟੇਗਰੀਜ਼ OBC SC ST ਉਹਨਾਂ ਨੂੰ 150 ਦੇ ਵਿੱਚੋਂ 82 ਮਾਰਕਸ ਚਾਹੀਦੇ ਹੁੰਦੇ ਨੇ। ਠੀਕ ਹੈ ਜੀ, ਇਹ ਚੀਜ਼ ਹੈ। ਔਰ ਇਸ ਤੋਂ ਇਲਾਵਾ ਇਹ ਆਪਣੀ ਹੋ ਗਏ ਪਾਸਿੰਗ ਮਾਰਕਸ, ਕੁਆਲੀਫਾਈਂਗ ਮਾਰਕਸ। ਠੀਕ ਹੈ, ਅਗਰ ਤੁਸੀਂ 90 ਨੰਬਰ ਲੈ ਲੈਂਦੇ ਹੋ, 90 ਤੋਂ ਵੱਧ ਨੰਬਰ ਲੈ ਲੈਂਦੇ ਹੋ, ਤੁਸੀਂ ਪੀਐਸ ਟੈਟ ਕੁਆਲੀਫਾਈ ਕਰ ਲੈਂਦੇ ਹੋ, ਤੁਹਾਨੂੰ ਸਰਟੀਫਿਕੇਟ ਮਿਲ ਜਾਂਦਾ ਹੈ। ਠੀਕ ਹੈ, ਸਰਟੀਫਿਕੇਟ ਕਿੱਥੋਂ ਮਿਲਦਾ ਉਹ ਵੀ ਆਪਾਂ ਚੈਨਲ 'ਤੇ ਵੀਡੀਓ ਪਾਈ ਹੋਈ ਹੈ, ਤੁਸੀਂ ਬਸ ਲਿਖ ਸਕਦੇ ਹੋ, ਸਰਚ ਕਰਕੇ ਤੁਹਾਨੂੰ ਮਿਲ ਜਾਏਗੀ ਉਹ ਵੀਡੀਓ। ਹੁਣ ਆਪਾਂ ਪੇਪਰ 1 ਦੀ ਗੱਲ ਕਰੀਏ, ਅਗਰ ਇਸ ਦੇ ਵਿੱਚ ਕਿਹੜੇ ਸੈਕਸ਼ਨ ਹੁੰਦੇ, ਮੇਨਲੀ ਇਸ ਦੇ ਵਿੱਚ 5 ਸਬਜੈਕਟਸ ਹੁੰਦੇ ਨੇ। ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ, ਲੈਂਗੁਏਜ 1। ਲੈਂਗੁਏਜ 1 ਕਿਹੜੀ ਹੋਏਗੀ ਤੁਹਾਡੀ? ਪੰਜਾਬੀ। ਠੀਕ ਹੈ, ਲੈਂਗੁਏਜ 2 ਕਿਹੜੀ ਹੋਏਗੀ? ਇੱਕ ਸੈਕਿੰਡ ਮੈਂ ਥੋੜ੍ਹਾ ਠੀਕ ਕਰ ਲੈਣਾ। ਲੈਂਗੁਏਜ 2 ਕਿਹੜੀ ਹੋਏਗੀ? ਇੰਗਲਿਸ਼। ਓਕੇ, ਇਨਵਾਇਰਮੈਂਟਲ ਸਟੱਡੀਜ਼ ਐਂਡ ਦੈਨ ਮੈਥੇਮੈਟਿਕਸ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰਾਂ ਤਾਂ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਦਾ ਜਿਹੜਾ ਸਬਜੈਕਟ ਹੈ ਉਸ ਦੇ ਵਿੱਚ 30 MCQs ਨੇ, 30 ਮਾਰਕਸ। ਲੈਂਗੁਏਜ 1 ਪੰਜਾਬੀ 30 ਕੁਐਸਚਨਸ 30 ਮਾਰਕਸ। ਠੀਕ ਹੈ,
लैंग्वेज 2 ਦੇ ਵਿੱਚ ਸੇਮ 30 ਕੁਐਸਚਨ 30 ਮਾਰਕਸ 30 ਕੁਐਸਚਨ 30 ਮਾਰਕਸ ਸੇਮ ਰਹਿਣ ਵਾਲਾ 30 ਪ੍ਰਸ਼ਨ ਹੋਣਗੇ ਹਰੇਕ ਸੈਕਸ਼ਨ ਦੇ ਵਿੱਚ ਔਰ 30 ਹੀ ਨੰਬਰ ਦਾ ਹੋਏਗਾ। ਠੀਕ ਹੈ, ਯਾਨੀ ਕਿ ਟੋਟਲ ਪੇਪਰ ਹੋਏਗਾ 150 ਨੰਬਰ ਦਾ, ਜਿਸ ਦੇ ਵਿੱਚੋਂ ਜਨਰਲ ਵਾਲਿਆਂ ਨੂੰ ਚਾਹੀਦੇ ਨੇ 90 ਔਰ ਅਦਰ ਕੈਟੇਗਰੀਜ਼ ਨੂੰ ਚਾਹੀਦੇ ਨੇ 82 ਮਾਰਕਸ। ਓਕੇ, ਦੈਨ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਫੋਰ ਪੇਪਰ 2। ਪੇਪਰ 2 ਦੇ ਵਿੱਚ ਵੀ ਆਪਣੇ ਕੋਲ ਹੈਗੇ ਨੇ ਇਹ ਜਿਹੜੇ ਸਬਜੈਕਟਸ ਨੇ ਤਾਂ ਹੋਣਗੇ ਕੰਪਲਸਰੀ। ਪੇਪਰ 1 ਦੇ ਵਿੱਚ ਵੀ ਹੋਣਗੇ, ਪੇਪਰ 2 'ਚ ਵੀ। ਚਾਈਲਡ ਡਿਵੈਲਪਮੈਂਟ ਪੈਡਾਗੋਜੀ ਲੈਂਗੁਏਜ 1 ਤੇ ਲੈਂਗੁਏਜ 2। ਲੈਂਗੁਏਜ 1 ਸੇਮ ਪੰਜਾਬੀ, ਲੈਂਗੁਏਜ 2 ਕੀ ਹੋਏਗੀ ਇੰਗਲਿਸ਼। ਪੇਪਰ ਹੋਏਗਾ ਬਾਈਲਿੰਗੁਅਲ, ਦੋਨਾਂ ਹੀ ਲੈਂਗੁਏਜਸ ਦੇ ਵਿੱਚ ਪੇਪਰ ਤੁਹਾਡੇ ਕੋਲ ਪ੍ਰਿੰਟ ਹੋ ਕੇ ਆਏਗਾ। ਠੀਕ ਹੈ, ਹੁਣ ਇਸ ਦੇ ਵਿੱਚ ਜਿਹੜਾ 4th ਸੈਕਸ਼ਨ ਹੈ ਇਸ ਦੇ ਵਿੱਚ ਚੋਇਸ ਹੁੰਦੀ ਹੈ ਕੈਂਡੀਡੇਟ ਮੈਥ ਸਾਇੰਸ। ਠੀਕ ਹੈ, मैथ साइंस दोनों इकट्ठे चूज़ करेगा या फिर SST। ठीक है, और पा देनी है मैं उसके कोल 2 चॉइसिस ने मैथ साइंस या फिर SST चूज़ करने दी। BEd वाले ये पेपर नूं देंदे हैं तो इस करके और अगर उन्होंने ग्रैजुएशन दे विच या BEd दे विच SST रखिया सी एज अ टीचिंग सबजैक्ट। ठीक है, दैन वो SST चूज़ करनगे। अगर उन्होंने BEd दे विच ਜਾਂ ਇਸ ਤੋਂ ਪਹਿਲਾਂ ਪਲੱਸ 2 ਦੇ ਵਿੱਚ ਜਾਂ ਗ੍ਰੈਜੂਏਸ਼ਨ ਦੇ ਵਿੱਚ ਮੈਥ ਸਾਇੰਸ ਪੜ੍ਹੇ ਨੇ, ਠੀਕ ਹੈ, ਉਹਨਾਂ ਦੀ ਸਟਰੀਮ ਹੀ ਇੱਦਾਂ ਸੀਗੀ, ਤਾਂ ਔਰ ਨਾਲ ਹੀ BEd ਦੇ ਵਿੱਚ ਵੀ ਮੈਥ ਸਾਇੰਸ ਐਜ਼ ਅ ਟੀਚਿੰਗ ਸਬਜੈਕਟ ਨੇ, ਤਾਂ ਉਹ ਕੀ ਕਰ ਸਕਦੇ ਨੇ ਮੈਥ ਸਾਇੰਸ ਚੂਜ਼ ਕਰ ਸਕਦੇ ਨੇ। ਠੀਕ ਹੈ, ਇਸ ਦੇ ਬਾਰੇ ਡਾਊਟ ਸਾਰਿਆਂ ਨੂੰ ਕਲੀਅਰ ਹੋ ਗਿਆ। ਮੈਥ ਅਤੇ ਸਾਇੰਸ ਦੋਨੋਂ ਇਕੱਠੇ ਹੋਣਗੇ ਅਗਰ ਸਪੋਜ਼ ਕੋਈ ਵੀ ਕੈਂਡੀਡੇਟ ਮੈਥ ਸਾਇੰਸ ਚੂਜ਼ ਕਰਦਾ ਹੈ। ਠੀਕ ਹੈ, 30 ਨੰਬਰ ਦੇ ਮੈਥ ਦੇ ਕੁਐਸਚਨ ਆਉਣਗੇ, 30 ਨੰਬਰ ਦੇ ਸਾਇੰਸ ਦੇ ਆਉਣਗੇ। बट अगर कोई SST चूज़ कर रहा है तो 60 क्वेश्चन SST ਦੇ ਹੀ ਹੋਣਗੇ। ओके डन, ये गल क्लीयर होगी। इस दे विच भी सेम पेपर होएगा 150 नंबर का। एक सेकेंड, 150 नंबर का ही पेपर होएगा, 150 मार्क्स होणगे। ठीक है जी, इत्थों तक क्लीयर हो गया सब नूं। हुण आपां एलिजिबिलिटी क्राइटेरिया की गल कर लैंदे हां, नाल ही ये भी दसांगे पेपर कदों होएगा। पेपर ਜਿਹੜਾ ਹੈਗਾ ਹੁਣ ਪਿੱਛੇ ਜੇ ਇੱਕ ਓਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਜਿਹੜੀ ਸਟੇਟ ਹੈ, ਜਿਹੜਾ SCERT ਡਿਪਾਰਟਮੈਂਟ ਹੈ, ਉਹ ਹਰ ਹਰ ਈਅਰ, ਠੀਕ ਹੈ, ਸਾਲ ਬਾਅਦ ਪੇਪਰ ਕੰਡਕਟ ਕਰਵਾਏਗਾ। ਜਦਕਿ ਪਹਿਲਾਂ ਤੁਸੀਂ ਅਗਰ ਪਿੱਛੇ ਦੇਖਦੇ ਹੋ ਨਾ ਬਹੁਤ ਜ਼ਿਆਦਾ ਡਿਸਕੰਟੀਨਿਊਟੀ ਹੋਈ ਹੈ, ਮਤਲਬ ਕੰਟੀਨਿਊਸਲੀ ਪੇਪਰ ਹੋ ਹੀ ਨਹੀਂ ਰਿਹਾ ਸੀ। ਕਾਫੀ ਟਾਈਮ ਬਾਅਦ ਜਿਵੇਂ 2018 'ਚ ਜਿਹੜਾ ਪੇਪਰ ਲੈਣਾ ਸੀ ਉਹ ਲਿਆ ਗਿਆ 2020 ਦੇ ਵਿੱਚ। ਇਨਫੈਕਟ 2021 ਚੜ੍ਹ ਗਿਆ ਸੀ, ਜਨਵਰੀ 'ਚ ਹੋਇਆ ਸੀ ਉਹ ਪੇਪਰ। ਠੀਕ ਹੈ, ਔਰ 2019 ਵਾਲਾ ਹੈ ਉਹ ਹੋਇਆ 2021 'ਚ ਇੱਦਾਂ। ਬਟ ਬਾਅਦ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ ਹਰ ਸਾਲ ਬਾਅਦ ਕੰਡਕਟ ਕਰਵਾਏਗੀ। ਹੁਣ ਜਿਵੇਂ ਜਨਵਰੀ 2020 'ਚ ਹੋਇਆ ਸੀਗਾ, ਹੁਣ ਜਨਵਰੀ 2021 'ਚ। ਠੀਕ ਹੈ, ਹੁਣ ਇਹ ਦਸੰਬਰ 'ਚ ਸੀਗੇ ਬਟ ਇਹ ਡੇਟ ਐਕਸਟੈਂਡ ਹੋ ਗਈ ਸੀ। ਇਸ ਤੋਂ ਇਲਾਵਾ ਹੁਣ ਆਪਾਂ ਮੰਨ ਸਕਦੇ ਹਾਂ ਕਿ ਦਸੰਬਰ ਜਨਵਰੀ 'ਚ, ਠੀਕ ਹੈ, ਹੋ ਸਕਦਾ ਇਹ ਪੇਪਰ ਦਸੰਬਰ ਜਾਂ ਫਿਰ ਜਨਵਰੀ ਦੇ ਵਿੱਚ। ਫਿਲਹਾਲ ਦੇ ਲਈ ਕੋਈ ਵੀ ਓਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਹੈ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਦੋਂ ਵੀ ਓਫੀਸ਼ੀਅਲ ਨਿਊਜ਼ ਆਏਗੀ ਆਪਾਂ ਦੱਸ ਦਿਆਂਗੇ। ਬਾਕੀ ਓਫੀਸ਼ੀਅਲ ਨੋਟੀਫਿਕੇਸ਼ਨ ਇਹਨਾਂ ਨੇ ਪਹਿਲੇ ਜਾਰੀ ਕੀਤਾ ਸੀਗਾ ਕਿ ਹਰ ਸਾਲ ਬਾਅਦ ਕੰਡਕਟ ਹੋਏਗਾ ਪੇਪਰ। ਠੀਕ ਹੈ, ਹੁਣ ਆਪਾਂ ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲੇ ਆਪਾਂ ਪ੍ਰਾਇਮਰੀ ਸਟੇਜ ਦੀ ਗੱਲ ਕਰ ਲੈਂਦੇ ਹਾਂ, ਯਾਨੀ ਕਿ ਜਿਹੜੇ ਪੇਪਰ 1 ਦੇਣਗੇ। ਪੇਪਰ 1 ਦੇ ਲਈ ਕੀ ਹੈ, ਸਭ ਤੋਂ ਪਹਿਲਾਂ ਤਾਂ 12th ਦੇ ਵਿੱਚੋਂ 55% ਮਾਰਕਸ। 12th ਦੇ ਵਿੱਚੋਂ ਕਿੰਨੇ ਹੋਣੇ ਚਾਹੀਦੇ ਆ 55% ਮਾਰਕਸ ਐਂਡ ਪਾਸਡ ਔਰ ਅਪੀਅਰਿੰਗ ਇਨ ਦੀ ਫਾਈਨਲ ਈਅਰ ਆਫ 2 ਈਅਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ। ਅਗਰ ਤੁਸੀਂ DLED ਕਰ ਰਹੇ ਹੋ, ਠੀਕ ਹੈ, DLED ਦਾ ਕੋਰਸ ਕਰ ਰਹੇ ਹੋ 2 ਸਾਲ ਦਾ, ਪਹਿਲਾ ਈਅਰ ਤੁਹਾਡਾ ਕੰਪਲੀਟ ਹੋ ਚੁੱਕਿਆ ਹੈ। ਠੀਕ ਹੈ, ਫਸਟ ਈਅਰ ਤੁਹਾਡਾ ਕੰਪਲੀਟ ਹੋ ਚੁੱਕਿਆ, ਤੁਸੀਂ ਫਾਈਨਲ ਈਅਰ ਦੇ ਵਿੱਚੋਂ ਦੈਨ ਤੁਸੀਂ ਅਪਲਾਈ ਕਰ ਸਕਦੇ ਹੋ। ਠੀਕ ਹੈ, ਪਾਸ ਹੋ ਫਿਰ ਤਾਂ ਡੈਫੀਨੇਟਲੀ ਅਪਲਾਈ ਕਰ ਸਕਦੇ ਹੋ, DLED ਤੁਸੀਂ ਕੰਪਲੀਟ ਕਰ ਚੁੱਕੇ ਹੋ। ਠੀਕ ਹੈ, ਸੈਕਿੰਡ ਪ੍ਰਾਇਓਰਿਟੀ ਸਾਡੇ ਕੋਲ ਕੀ ਆਉਂਦੀ ਹੈ, ਸੈਕਿੰਡ ਆਪਸ਼ਨ ਸਾਨੂੰ ਇਹ ਦਿੰਦਾ ਕਿ ਸੀਨੀਅਰ ਸੈਕੰਡਰੀ ਦੇ ਵਿੱਚ 45% ਮਾਰਕਸ ਹੋਣ। ਇਸ ਦੇ ਨਾਲ ਹੀ, ਠੀਕ ਹੈ, ਪਾਸਡ ਔਰ appear in the final year of diploma in elementary education by whatever name known in accordance with the NCTE ਦੇ ਅਕੋਰਡਿੰਗ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ DLED ਦਾ। ਠੀਕ ਹੈ, ਤਾਂ ਮੰਨਿਆ ਜਾਊਗਾ। ਦੈਨ ਸਾਡੇ ਕੋਲ ਥਰਡ ਆਪਸ਼ਨ ਆਉਂਦੀ ਹੈ। ਥਰਡ ਆਪਸ਼ਨ ਦੇ ਵਿੱਚ ਕੀ ਦੱਸ ਦਿੱਤਾ ਹੋਇਆ, ਸੀਨੀਅਰ ਸੈਕੰਡਰੀ with at least 50% marks and passed or appearing in the final year of BLED ਦਾ ਕੋਰਸ ਹੁੰਦਾ ਹੈ 4 ਈਅਰ ਦਾ, 4 ਈਅਰ ਦਾ BLED ਦਾ ਕੋਰਸ ਹੁੰਦਾ ਹੈ। ਅਗਰ ਪਾਸ ਕਰ ਚੁੱਕੇ ਹੋ ਜਾਂ ਫਿਰ ਫਾਈਨਲ ਈਅਰ ਦੇ ਵਿੱਚੋਂ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਅਗਰ 2 ਈਅਰ ਡਿਪਲੋਮਾ ਇਨ ਐਜੂਕੇਸ਼ਨ ਹੈ, ਠੀਕ ਹੈ, ਇਹ ਡਿਫਰੈਂਟ ਹੁੰਦਾ DLED ਤੋਂ। ਇਸ ਦੇ ਵਿੱਚ ਸਪੈਸ਼ਲ ਐਜੂਕੇਸ਼ਨ ਦੀ ਜਿਹੜੀ ਹੈਗੀ ਸਟੱਡੀ ਹੁੰਦੀ ਹੈ, ਡਿਪਲੋਮਾ ਇਨ ਐਜੂਕੇਸ਼ਨ, ਸਪੈਸ਼ਲ ਐਜੂਕੇਸ਼ਨ, ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ
ग्रेजुएशन एंड पासड और अपीयरिंग इन दी फाइनल ईयर ऑफ 2 ईयर डिप्लोमा इन एलीमेंट्री एजुकेशन। ग्रेजुएशन की हुई है, नाल ही डिप्लोमा है एलीमेंट्री एजुकेशन का, पास हो या फिर फाइनल ईयर चों अप्लाई कर सकते हो। समझ आ गई सी सारे को कितनी सारी ऑप्शनस अवेलेबल ने पीएस टैट के विच अप्लाई करने के लिए। दैन आप गल करते हैं मिनीमम एजुकेशनल क्वालिफिकेशन फॉर बिकमिंग टीचर फॉर क्लास 6th to 8th, 6वीं तो लैके 8वीं तक। इस दे विच सब तो पहले की है ग्रेजुएशन, नाल ही अपीयरिंग और फाइनल ईयर इन DLED। ग्रेजुएशन कंप्लीट और नाल ही 2 ईयर का डिप्लोमा। ओके, दैन उस तो बाद अगे ग्रेजुएशन विद 50% मार्क्स, नाल ही 1 ईयर बैचलर इन एजुकेशन यानी कि बीएड का जोड़ा कोर्स है वह, ठीक है, बीएड तुसीं लो इस दे विच। ग्रेजुएशन विद एटलीस्ट 45% मार्क्स एंड पास और अपीयरिंग इन दी 1 ईयर बैचलर इन बीएड अकॉर्डिंग विद दी NCTE, ठीक है, जी बीएड है NCTE की अकॉर्डिंग की तां भी अप्लाई कर सकते हो। इस तो इलावा सीनियर सैकेंडरी 12th विद 50% मार्क्स और 4 ईयर का BLED का कोर्स किया तां भी अप्लाई कर सकते हो। इस तो इलावा 12th के 50% मार्क्स ने, नाल ही, ठीक है, 4 साल का थोड़ा कोर्स चल रहा जिमें इंटीग्रेटेड कोर्सिज होंगे लाइक BA BSc एड है ना, एवें, और इस तो बाद BA एड और BSc एड इदा के कोर्स अगर कर रहे हो तो भी अप्लाई कर सकते हो, ठीक है, या फिर अपीयरिंग भी तां भी ग्रेजुएशन हो 50% के नाल ही कर रहे हो 1 ईयर का BEd स्पैशल एजुकेशन का, स्पैशल एजुकेशन होंगी है ना BEd दे विच, वो कोर्स कर रहे हो तो भी तुसीं अप्लाई कर सकते हो। आई होप तुसीं थोनों एलिजिबिलिटी जी समझ आ गई होएगी। अगर एलिजिबिलिटी दे विच कोई भी थोनों प्रॉब्लम आती है तो तुसीं कमेंट दे विच पूछ सकते हो, आप जरूर तो जवाब देवांगे, ठीक है। और PS टैट कदों होएगा ये भी आप थोनों दस चुके हैं। और इसके सिलेबस के लिए सिलेबस अपना आ देखो, ठीक है, चैनल पर भी है सिलेबस फॉर PS टैट पेपर 1 एंड पेपर 2 बोथ के लिए। तुसीं जाके चैनल पर विजिट करके, ठीक है, टैलीग्राम चैनल अपना ज्वाइन कर लो। इस तो इलावा अपने होर भी स्टडी नोट्स PS टैट के रिलेटेड इस पर अवेलेबल पे हैं, चैनल एक बार जाके चैक करो, ठीक लगता तो ज्वाइन कर सकते हो, अदरवाइज स्किप कर सकते हो, ठीक है। ये अपनी छोटी जी इन्फॉर्मेशन सी PS टैट के बारे में। आई होप तुसीं इन्फॉर्मेशन थोनों वधिया लगी होएगी। और अगर थोनों सारा कुछ समझ आ गया तो वीडियो लाइक कर दो, डाउट जो भी है अपना कमेंट कर दो, चैनल को सबसक्राइब कर लो। आप PS टैट की तैयारी भी इस चैनल पर करने स्टार्ट करांगे, ठीक है। पेपर एक बार नोटिफिकेशन आउट होने दो, आप प्रैपरेशन स्टार्ट करांगे। और पहले भी वीडियोज़ पईयां हुई ने, उन्होंने तुसीं देख सकते हो, प्लेलिस्ट बनिया हुई अलग अलग सबजैक्ट्स दियां। थैंक यू सो मच।